ਸਾਰੇ ਦੋਸਤੋ ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮਈ ਦੇ ਕਰੰਟ ਅਫੇਅਰ। ਠੀਕ ਹੈ ਜੀ, 2 ਤੇ 3 ਮਈ ਦੇ ਕਰੰਟ ਅਫੇਅਰ ਇਕੱਠੇ ਲੈ ਕੇ ਆਏ ਹਾਂ। ਉਸ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਆਪਣੀ ਇਹ ਐਪ ਖਰੀਦਣੀ ਹੈ ਦੀਪੁਲਰ ਐਜੂਕੇਸ਼ਨ ਹਰਾ ਅਤੇ ਆਪਣੇ ਪੰਜਾਬ ਪੁਲਿਸ ਅਤੇ ਫੋਰੈਸਟ ਗਾਰਡ ਦੇ ਪੰਜਾਬ ਪੁਲਿਸ ਵਾਲਿਆਂ ਦਾ ਇੱਕ ਹੀ ਬੈਚ ਆ। ਅਤੇ ਜੇ ਕਿਸੇ ਬੱਚੇ ਇਹਨਾਂ ਨੇ ਅਤੇ FCI ਦਾ ਪਲੱਸ ਕਲਰਕ ਦਾ PSSB ਕਲਰਕ ਦਾ ਜਾਂ ਆਲ ਕਲਰਕ ਲੈਵਲ ਦਾ ਉਹਦਾ ਬੈਚ ਲੈਣਾ, ਉਹ ਸਾਰੇ ਬੈਚ ਆਪਣੀ ਐਪ 'ਤੇ ਬਿਲਕੁਲ ਨੋਰਮਲ ਰੇਟਾਂ ਦੇ ਵਿੱਚ ਹੈ। ਠੀਕ ਹੈ, ਥੋੜ੍ਹੇ ਲਿਮਿਟਡ ਸਮੇਂ ਵਾਸਤੇ ਆਫਰ, ਜੇ ਕੋਈ ਕੈਂਡੀਡੇਟ ਲੈਣਾ ਚਾਹੁੰਦਾ ਲੈ ਸਕਦਾ। ਜਿਹੜੇ ਬੱਚਿਆਂ ਕੋਲੇ ਐਂਡਰੋਇਡ ਆ ਉਹਨਾਂ ਨੇ ਆਹ ਐਪ ਡਾਊਨਲੋਡ ਕਰਨੀ ਹੈ ਦੀਪੁਲਰ ਐਜੂਕੇਸ਼ਨ ਆ। ਜਿਨ੍ਹਾਂ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ, ਅਤੇ ORG ਕੋਡ ਫਿਲ ਕਰਨਾ XX RAM 'ਤੇ। ਜੇਕਰ ਕਿਸੇ ਬੱਚੇ ਕੋਈ ਪ੍ਰੋਬਲਮ ਹੁੰਦੀ ਤਾਂ ਆਹ ਨੰਬਰ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਆਪਣੀ ਪੜ੍ਹਾਈ। ਦੇਖੋ ਬੱਚਿਓ, ਅੱਜ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ 2 ਤੇ 3 ਮਈ ਦੇ। ਇਸ ਤੋਂ ਪਹਿਲਾਂ ਆਪਾਂ 1 ਮਈ ਦੇ ਕਰੰਟ ਅਫੇਅਰ ਕਰ ਚੁੱਕੇ ਹਾਂ। ਸਭ ਤੋਂ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਕੀ ਕਹਿ ਰਹੇ ਨੇ। ਕਹਿੰਦੇ ਰੀਸੈਂਟਲੀ ਹੂ ਆਥਰ ਦਾ ਬੁੱਕ ਲੀਡਰ ਪੋਲੀਟੀਸ਼ੀਅਨ ਸਿਟੀਜ਼ਨ 50 ਫਿਗਰ ਹੂ ਇਨਫਲੂਐਂਸਰ ਇੰਡੀਆ ਇਜ਼ ਪੋਲੀਟਿਕਸ। ਹਾਲ ਹੀ ਦੇ ਵਿੱਚ ਲੀਡਰਸ ਪੋਲੀਟੀਸ਼ੀਅਨ ਐਟਸੈਟਰਾ ਜਿਹੜਾ ਕੁਛ ਲਿਖਿਆ ਹੋਇਆ, ਇਹ ਕਿਤਾਬ ਆ ਬੱਚਿਓ ਇੱਕ। ਠੀਕ ਹੈ, ਇਹ ਕੀ ਹੈ? ਇੱਕ ਕਿਤਾਬ ਆ। ਇਹ ਕਿਤਾਬ ਕਿਸ ਦੇ ਦੁਆਰਾ ਲਿਖੀ ਹੋਈ ਹੈ? ਕਿਤਾਬ ਤਾਂ ਤੁਹਾਨੂੰ ਕਹਿੰਦਾ ਕਿੱਥੇ ਵੀ ਕੋਈ ਬੁੱਕ ਆ ਗਈ, ਕਿੱਥੇ ਵੀ ਕੋਈ ਰਾਈਟਰ ਆ ਗਿਆ, ਕਿੱਥੇ ਵੀ ਕਿਸੇ ਦੀ ਡੈਥ ਹੋਈ ਹੈ, ਕਿਤੇ ਵੀ ਕੋਈ ਪਹਿਲਾ ਈਵੈਂਟ ਹੋਇਆ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਛੱਡਣਾ। ਠੀਕ ਹੈ ਜੀ, ਕੌਣ ਹੈ ਇਹ ਬੁੱਕ ਕਿਹਨੇ ਲਿਖੀ ਹੈ? ਕੌਣ ਹੈ ਇਹ ਬੁੱਕ ਦਾ ਆਥਰ? ਇਹ ਬੁੱਕ ਦਾ ਆਥਰ ਹੈਗਾ ਆਪਣਾ ਰਸ਼ੀਦ ਕਦਵਾਹੀ। ਠੀਕ ਹੈ ਜੀ, ਕਦਵਾਹੀ ਹੈ ਬੁੱਕ ਦਾ ਆਪਣਾ ਜਿਹਨੇ ਇਹ ਬੁੱਕ ਲਿਖੀ ਹੈ। ਵੈਰੀ 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 ਇੰਪੋਰਟੈਂਟ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ? ਕਹਿੰਦੇ ਰੀਸੈਂਟਲੀ, ਇੱਕ ਮੈਂ ਜ਼ੂਮ ਕਰਦਾ ਵਿੱਚ ਬੱਚੇ ਕਹਿੰਦੇ ਸਾਨੂੰ ਬਰੀਕ ਹੋ ਜਾਂਦੇ ਅੱਖਰ। ਚਲੋ ਦੂਸਰੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ ਰੀਸੈਂਟਲੀ ਹੂ ਹੈਜ਼ ਬੀਨ ਇਲੈਕਟਡ ਐਜ਼ ਇੰਡੀਆ ਇਜ਼ ਨਿਊ ਫੋਰਨ ਸੈਕਟਰੀ। ਆਪਣੇ ਭਾਰਤ ਦਾ ਨਵਾਂ ਫੋਰਨ ਸੈਕਟਰੀ ਕੌਣ ਲਾਇਆ ਹੈ? ਹਾਲ ਹੀ ਦੇ ਵਿੱਚ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਕਿਸ ਨੂੰ ਚੁਣਿਆ ਗਿਆ ਹੈਗਾ? ਠੀਕ ਹੈ ਜੀ, ਕਿਹਨੂੰ ਚੁਣਿਆ ਗਿਆ ਬੱਚੋ? ਇਹ ਦੱਸੋ, 4 ਆਪਸ਼ਨ ਤੁਹਾਡੇ ਸਾਹਮਣੇ ਹੈ। ਇਹ ਚੁਣਿਆ ਗਿਆ ਆਪਣੇ ਵਿਨੇ ਮੋਹਨ ਕਵਾਤਰਾ ਨੂੰ। ਵੈਰੀ 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 ਇੰਪੋਰਟੈਂਟ ਹੈ। ਠੀਕ ਹੈ ਜੀ, ਅਤੇ ਇਹਨਾਂ ਨੇ ਪਿਛਲੀ ਵਾਰ ਪ੍ਰਸ਼ਨ ਆਇਆ ਸੀ ਇਹ ਸੈਕਟਰੀ ਵਾਲਾ, ਉਹਦੇ ਵਿੱਚ ਕੀ ਪੁੱਛਿਆ ਗਿਆ ਸੀ ਕਿ ਜਿਹੜੇ ਹੁਣ ਨਵੇਂ ਆਪਣੇ ਫੋਰਨ ਸੈਕਟਰੀ ਬਣੇ ਹੈ ਇਹ ਕਿਹੜੇ ਸੈਕਟਰੀ ਨੂੰ ਪਿੱਛੇ ਛੱਡ ਕੇ ਆਏ ਹੈ। ਕਹਿੰਦਾ ਮਤਲਬ ਇਦੋਂ ਪਹਿਲਾਂ ਕਿਹੜਾ ਸੀ? ਤਾਂ ਇਦੋਂ ਪਹਿਲਾਂ ਬੱਚੋਂ ਲਿਖਿਆ ਹੋਇਆ ਇਹਨਾਂ ਨੇ ਹਰਸ਼ਵਰਧਨ ਨੂੰ ਪਿੱਛੇ ਕੀਤਾ ਗਾ। ਹਰਸ਼ਵਰਧਨ ਸੀ ਪਹਿਲਾਂ ਫੋਰਨ ਸੈਕਟਰੀ, ਅਤੇ ਹੁਣ ਉਹਨਾਂ ਦੀ ਜਗ੍ਹਾ 'ਤੇ ਕੌਣ ਆ ਗਏ? ਵਿਨੇ ਮੋਹਨ ਕਵਾਤਰਾ ਜੀ ਆ ਗਏ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਰੀਸੈਂਟਲੀ, ਠੀਕ ਹੈ ਜੀ, ਰੀਸੈਂਟਲੀ ਅਰਦੇਸ਼ੀਰ BK ਦੁਆਸ਼ ਹੈਜ਼ ਬੀਨ ਓਨਰਡ ਵਿਦ ਹਾਈਐਸਟ ਡਿਪਲੋਮੈਟਿਕ ਅਵਾਰਡ ਬਾਏ ਵਿਚ ਗਵਰਨਮੈਂਟ। ਕਹਿੰਦੇ ਹਾਲ ਹੀ ਦੇ ਵਿੱਚ, ਠੀਕ ਹੈ ਜੀ, ਇਹਨਾਂ ਨੂੰ ਸਰਕਾਰ ਦੁਆਰਾ ਸਰਵਉੱਚ ਪੁਰਸਕਾਰ ਦਿੱਤਾ ਗਿਆ। ਇਹ ਕਿਹੜੀ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਪੁਰਸਕਾਰ ਨਾਲ? ਠੀਕ ਹੈ ਜੀ, ਤਾਂ ਇਹ ਸਨਮਾਨਿਤ ਕੀਤਾ ਪੈਰੂ ਨੇ। ਵੈਰੀ 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 ਇੰਪੋਰਟੈਂਟ। ਪੈਰੂ ਨੇ ਇਹਨਾਂ ਨੂੰ ਕੀ ਕਰਿਆ ਗਾ? ਸਭ ਤੋਂ ਉੱਚਾ ਆਪਦਾ ਨਾਗਰਿਕ ਪੁਰਸਕਾਰ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ। ਕਿਉਂ ਕੀਤਾ? ਕਿਉਂਕਿ ਇਹ ਪੇਰੂ ਦੇ ਵਿੱਚ ਆਪਣੇ ਕੀ ਲੱਗੇ ਹੋਏ ਆ? ਰਾਜਦੂਤ ਲੱਗੇ ਹੋਏ ਆ। ਅਤੇ ਉੱਥੇ ਇਹਨਾਂ ਨੇ ਪੇਰੂ ਨਾਲ ਅਤੇ ਇੰਡੀਆ ਨਾਲ ਬਹੁਤ ਵਧੀਆ ਰਿਲੇਸ਼ਨ ਬਣੇ ਆ। ਜਿੰਨਾ ਚਿਰ ਪੇਰੂ ਦੇ ਵਿੱਚ ਇਹ ਰਹੇ ਆ, ਹੁਣ ਵੀ ਹੈਗੇ ਆ, ਅਤੇ ਇੰਡੀਆ ਦੇ ਰਿਲੇਸ਼ਨ ਬਹੁਤ ਗਰੋ ਹੋਏ ਆ, ਬਹੁਤ ਵਧੀਆ ਰਿਲੇਸ਼ਨ ਬਣ ਗਏ। ਕਹਿੰਦਾ ਮਤਲਬ ਕਿ ਪੇਰੂ ਨੂੰ ਇਹਨਾਂ ਪ੍ਰਤੀ ਮਤਲਬ ਵਧੀਆ ਲੱਗਿਆ ਇਹਨਾਂ ਦਾ ਸਿਸਟਮ, ਜਿਹੜਾ ਇਹਨਾਂ ਦਾ ਤਰੀਕਾ ਸੀ ਡਿਊਟੀ ਦਾ, ਅਤੇ ਉਹਨਾਂ ਨੇ ਇਹਨਾਂ ਨੂੰ ਅਵਾਰਡ ਦਿੱਤਾ। ਜਿਹੜਾ ਪੇਰੂ ਦੇ ਵਿੱਚ ਇਹ ਮਹਾਨ ਅਵਾਰਡ ਦਿੱਤਾ ਜਾਂਦਾ ਬੱਚੇ, ਉਹਦਾ ਨਾਮ ਕੀ ਹੈਗਾ? ਤਾਂ ਇਹ ਅਵਾਰਡ ਦਾ ਨਾਮ ਹੈਗਾ ਬੱਚਿਓ ਆਹ ਜਿਹੜਾ ਲਿਖਿਆ ਹੋਇਆ ਥੱਲੇ। ਠੀਕ ਹੈ ਜੀ, ਆਰਡਰ ਆਫ ਮੈਰਿਟ ਇਨ ਦਾ ਡਿਪਲੋਮੈਟਿਕ ਸਰਵਿਸ ਆਫ ਪੇਰੂ ਜੋਰਜ ਜੋਰਜੀਓਸ ਪੈਜ ਸੋਲਡਨ। ਇਹ ਉਹਨਾਂ ਦੇ ਅਵਾਰਡ ਦਾ ਨਾਮ ਹੈਗਾ। ਸੋ ਤੋਂ ਇਹ ਅਵਾਰਡ ਦਾ ਨਾਮ ਕਦੇ ਨਹੀਂ ਪੁੱਛਿਆ ਜਾਊਗਾ, ਬਲਕਿ ਵੀ ਮਾੜੇ ਦਿਨਾਂ 'ਚ ਪੁੱਛ ਵੀ ਸਕਦੇ ਆ। ਠੀਕ ਹੈ, ਅਤੇ ਇੰਨੀ ਕੁ ਗੌਰ ਕਰ ਲਿਓ। ਇਹ ਤੋਂ ਬਾਅਦ ਚੌਥੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਚੌਥੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਆਪਾਂ ਤੋਂ? ਚੌਥੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ, ਕਹਿੰਦੇ ਰੀਸੈਂਟਲੀ ਔਨ ਵਿਚ ਡੇਟ ਵਰਲਡ ਵੈਟਰਨਰੀ ਡੇ ਹੈਜ਼ ਬੀਨ ਓਬਜ਼ਰਵ। ਵੈਟਰਨਰੀ ਡਾਕਟਰ ਹੁੰਦੇ ਜਿਹੜੇ, ਠੀਕ ਹੈ ਜੀ, ਆਪਣੇ ਪਸ਼ੂ ਕੁੱਤੇ ਬਿੱਲਿਆਂ ਸਾਰਿਆਂ ਨੂੰ ਆਪਾਂ ਉਹ ਕਰਦੇ ਹਾਂ। ਹਾਲ ਹੀ ਦੇ ਵਿੱਚ ਕਿਸ ਮਿਤੀ ਨੂੰ ਵਿਸ਼ਵ ਵੈਟਰਨਰੀ ਦਿਵਸ ਦੇ ਨਾਲ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਬੱਚੋ 30 ਅਪ੍ਰੈਲ ਨੂੰ। ਵੈਰੀ 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 ਇੰਪੋਰਟੈਂਟ। ਇੱਕ ਤਾਂ ਤੁਸੀਂ ਇਹ ਡੇ ਤਾਂ ਕੋਈ ਵੀ ਆ ਗਿਆ ਤੁਸੀਂ ਛੱਡਣਾ ਨਹੀਂ ਹੈਗਾ। ਠੀਕ ਹੈ, 30 ਅਪ੍ਰੈਲ ਨੂੰ ਮਨਾਇਆ ਜਾਂਦਾ ਇਹ ਵਰਲਡ ਵੈਟਰਨਰੀ ਡੇ। ਇੱਕ ਗੱਲ ਇਹ। ਦੂਸਰੀ ਗੱਲ ਹੈ ਥੀਮ ਜ਼ਰੂਰ ਪੁੱਛਿਆ ਜਾਊਗਾ ਸੋਥੋਂ, ਥੀਮ ਜ਼ਰੂਰ ਪੁੱਛਿਆ ਜਾਣਾ, ਤਾਂ ਥੀਮ ਯਾਦ ਕਰ ਲਿਓ। ਥੀਮ ਕੀ ਹੈ ਇਹਦਾ? ਥੀਮ ਹੈਗਾ ਬੱਚਿਓ ਆਹ 4 ਨੰਬਰ ਆਪਸ਼ਨ ਜਿਹੜੀ ਨਾਲ ਦਿੱਤੇ ਨੰਬਰ ਲਿਖੇ ਹੋਏ ਥੱਲੇ। ਸਟਰੈਂਥਿੰਗ ਵੈਟਰਨਰੀ ਰੈਜੀਲੈਂਸ ਆਯੁਸ਼ਮਾਨ ਭਾਰਤ ਦਿਵਸ। ਇਹ ਆਯੁਸ਼ਮਾਨ ਭਾਰਤ ਦਿਵਸ ਆ, ਇਹ ਵੀ 30 ਅਪ੍ਰੈਲ ਨੂੰ ਹੀ ਮਨਾਇਆ ਜਾਂਦਾ। ਦੋ ਡੇ ਆ ਜਾਂਦੇ ਇਕੱਠੇ ਉਹਦੇ। ਇੱਕ ਤਾਂ ਆ ਜਾਂਦਾ ਵਰਲਡ ਵੈਟਰਨਰੀ ਡੇ, ਅਤੇ ਉਸੇ ਦਿਨ ਹੀ ਮਨਾਇਆ ਜਾਂਦਾ ਆਯੁਸ਼ਮਾਨ ਡੇ। ਆਯੁਸ਼ਮਾਨ ਭਾਰਤ ਦਿਵਸ ਉਹੀ ਹੈ ਜਿਹਦੇ ਤਹਿਤ ਆਪਾਂ 5 ਲੱਖ ਦਾ ਬੀਮਾ ਕਰਵਾਉਂਦੇ ਹਾਂ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਰੀਸੈਂਟਲੀ ਹੂ ਹੈਜ਼ ਬੀਨ ਰਿਲੀਜ਼ਡ ਬੁੱਕ। ਕਿਹੜੀ ਬੁੱਕ ਹੈ ਇਹ? ਪਰਮਾਰ ਦਾਮ। ਇਹ ਬੁੱਕ ਕਿਸ ਨੇ ਰਿਲੀਜ਼ ਕੀਤੀ ਹੈ?
ਵੈਰੀ ਵੈਰੀ ਇੰਪੋਰਟੈਂਟ। ਕਿਹਨੇ ਰਿਲੀਜ਼ ਕੀਤੀ ਹੈ ਬੱਚੋ ਇਹ ਪੁਸਤਕ ਰਿਲੀਜ਼ ਕੀਤੀ ਹੈ ਵਿਸ਼ਵਾ ਭੂਸ਼ਣ ਹਰੀਚੰਦਾ। ਠੀਕ ਹੈ ਜੀ, ਵਿਸ਼ਵਾ ਭੂਸ਼ਣ ਹਰੀਚੰਦਾ ਦੁਆਰਾ ਇਹ ਬੁੱਕ ਹੈ ਜਿਹੜੀ ਰਿਲੀਜ਼ ਕੀਤੀ ਗਈ ਹੈ। ਬਸ ਤੁਸੀਂ ਇੰਨੀ ਕਰ ਲਓ, ਡਿਟੇਲ ਦੇ ਵਿੱਚ ਬਹੁਤ ਹੈ। ਇਸ ਤੋਂ ਬਾਅਦ ਅਗਲਾ ਵੈਰੀ 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 ਇੰਪੋਰਟੈਂਟ ਐਪਲੀਕੇਸ਼ਨ ਆਉਣ ਦੇ ਫੁੱਲ ਚਾਂਸ ਨੇ ਰੀਸੈਂਟਲੀ ਔਨ 1 ਮਈ। ਕਹਿੰਦੇ 1 ਮਈ ਨੂੰ ਕਿਹੜੀਆਂ ਸਟੇਟਾਂ ਆਈਆਂ ਜਿਹੜਾ ਆਪਦਾ ਸੈਲੀਬ੍ਰੇਟ ਕਰਦੀਆਂ ਫਾਊਂਡੇਸ਼ਨ ਡੇ। ਜਿਵੇਂ ਹੁਣ ਆਪਣਾ ਪੰਜਾਬ ਕਿਦੋਂ ਫਾਊਂਡੇਸ਼ਨ ਹੋਇਆ ਸੀ 1 ਨਵੰਬਰ 1966 ਨੂੰ ਆਪਣਾ ਪੰਜਾਬ ਫਾਊਂਡੇਸ਼ਨ ਹੋਇਆ ਸੀ। ਉਵੇਂ ਜਿਵੇਂ ਕਹਿੰਦੇ 1 ਮਈ ਨੂੰ ਹੋਰ ਕਿਹੜੀਆਂ 1 ਮਈ 1960 ਨੂੰ ਇਹਨਾਂ ਵਿੱਚੋਂ ਕਿਹੜੀਆਂ ਸਟੇਟਾਂ ਆਈਆਂ ਜਿਹੜੀਆਂ ਕਿ ਬਣੀਆਂ ਸੀ, ਆਪਾਂ ਇਹ ਦੱਸਣਾ ਗਾ। ਤਾਂ ਆਪਸ਼ਨ ਤੁਹਾਡੇ ਸਾਹਮਣੇ ਹੈ ਹਰਿਆਣਾ ਤੇ ਝਾਰਖੰਡ, ਹਰਿਆਣਾ ਤੇ ਪੰਜਾਬ, ਤੇ ਗੁਜਰਾਤ ਐਂਡ ਮਹਾਰਾਸ਼ਟਰ ਅਤੇ ਗੁਜਰਾਤ ਐਂਡ ਰਾਜਸਥਾਨ। ਇੱਥੋਂ ਤਾਂ ਦੇਖੋ 2 ਨੰਬਰ ਆਪਸ਼ਨ ਤਾਂ ਪਹਿਲੀ ਐਲੀਮੀਨੇਟ ਹੋ ਗਈ। ਠੀਕ ਹੈ, 2 ਨੰਬਰ ਆਪਸ਼ਨ ਤਾਂ ਪਹਿਲੀ ਐਲੀਮੀਨੇਟ ਹੋ ਗਈ। ਤਾਂ ਇਹ ਜਿਹੜੇ ਬਣੇ ਸੀ ਬੱਚੋ ਇਹ ਬਣਿਆ ਸੀ ਗੁਜਰਾਤ ਤੇ ਮਹਾਰਾਸ਼ਟਰ। ਗੁਜਰਾਤ ਤੇ ਮਹਾਰਾਸ਼ਟਰ ਬਣੇ ਸੀ 1 ਮਈ 1960 ਨੂੰ। ਇਹ ਬੰਬੇ ਕੌਂਸਟੀਟੈਂਸੀ ਹੁੰਦੀ ਸੀ, ਉਹਦੇ ਵਿੱਚ ਆਉਂਦੇ ਹੁੰਦੇ ਸੀ ਉਹ ਸਮੇਂ ਦੇ ਵਿੱਚ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਆਹ ਲਿਖਿਆ ਹੋਇਆ 3 ਨੰਬਰ ਆਪਸ਼ਨ ਆਨਸਰ। ਇਸ ਤੋਂ ਬਾਅਦ ਕਹਿੰਦੇ ਰੀਸੈਂਟਲੀ ਸਲੀਮ ਗੌਸ ਇਹ ਮਰ ਗਏ, ਡੈਥ ਹੋ ਗਈ ਇਹਨਾਂ ਦੀ। ਹੂ ਵਾਜ ਹੀ, ਕੌਣ ਸੀ ਇਹ ਇੱਕ ਬੱਚੋ ਐਕਟਰ ਸੀ। ਕਈ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਤੁਸੀਂ ਗੂਗਲ 'ਤੇ ਸਰਚ ਕਰਕੇ ਵੀ ਦੇਖ ਸਕਦੇ ਹੋ। ਇਹਨਾਂ ਦੀ ਸ਼ਕਲ ਤੁਹਾਨੂੰ 100% ਹਰੇਕ ਬੱਚੇ ਨੇ ਦੇਖਿਆ ਹੋਊਗਾ। 1978 ਦੇ ਵਿੱਚ ਇਹਨਾਂ ਦੀ ਪਹਿਲੀ ਫਿਲਮ ਆਈ ਸੀ। ਠੀਕ ਹੈ ਜੀ, ਇੰਨੀ ਡੀਪਲੀ ਨਹੀਂ ਜਾਂਦੇ। ਚਲੋ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ, ਕਹਿ ਰਹੇ ਨੇ ਰੀਸੈਂਟਲੀ ਆਫ ਵਿਚ ਕੰਟਰੀ ਇਜ਼ ਲੈਂਡਸਕੇਪ ਗਾਰਡਨ ਸੀਟੀਓ ਵਾਰਲੇ ਮਾਰਕਸ ਹੈਜ਼ ਗੌਟ ਯੂਨੈਸਕੋ ਵਰਲਡ ਹੈਰੀਟੇਜ ਸੁਸਾਇਟੀ। ਹਾਲ ਹੀ ਦੇ ਵਿੱਚ ਕਿਸ ਦੇਸ਼ ਨੇ ਲੈਂਡਸਕੇਪ ਗਾਰਡਨ ਸੀਟੀਓ ਵਾਰਲੇ ਮਾਰਕਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਮਿਲ ਗਿਆ, ਕਹਿੰਦਾ ਮਤਲਬ ਸ਼ਾਮਲ ਕਰ ਲਿਆ। ਕਿਹੜੇ ਦੇਸ਼ ਦਾ ਗਾਰਡਨ ਹੈ ਬੱਚੋ ਇਹ? ਵੈਰੀ ਵੈਰੀ ਇੰਪੋਰਟੈਂਟ। ਇਹ ਗਾਰਡਨ ਹੈਗਾ ਬ੍ਰਾਜ਼ੀਲ ਦਾ ਗਾਰਡਨ ਹੈ, ਇਹਨੂੰ ਸ਼ਾਮਲ ਕਰ ਲਿਆ। ਵੈਰੀ 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 ਇੰਪੋਰਟੈਂਟ ਆ, ਭੁੱਲ ਕੇ ਵੀ ਕੋਈ ਇਹ ਪ੍ਰਸ਼ਨ ਤੁਸੀਂ ਜਮ੍ਹਾਂ ਨਹੀਂ ਛੱਡਣੀ। ਤਾਂ ਕਰਕੇ ਤੁਹਾਨੂੰ ਸਿਰਫ ਨੋਰਮਲ ਕਰਵਾ ਰਿਹਾ, ਬੜਾ ਡੀਪਲੀ ਨਹੀਂ ਕਰਵਾ ਰਿਹਾ। ਜਿਸ ਨੂੰ ਮੈਂ ਗਾਹਾਂ ਦੀ ਗਾਹਾਂ ਡਿਟੇਲ ਦੱਸਣ ਲੱਗ ਗਿਆ, ਇੱਥੋਂ ਆਏ ਹੁੰਦਾ ਇੱਥੋਂ ਆਏ ਤੁਸੀਂ ਭੁੱਲ ਜਾਓਗੇ। ਉਹ ਡਿਟੇਲਾਂ ਤੁਹਾਨੂੰ ਅਲੱਗ ਤੋਂ ਕਰਵਾ ਦਾਂਗੇ ਆਪਾਂ ਸਾਰੀਆਂ। ਠੀਕ ਹੈ ਜੀ, ਹੁਣ ਆ ਗਿਆ ਆਪਾਂ 9ਵੇਂ 'ਤੇ। ਰੀਸੈਂਟਲੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਨਿਊ CEO ਆਫ ਜੀਓ ਸਾਵਨ। ਆਪਣੇ ਮੋਬਾਈਲਾਂ ਦੇ ਵਿੱਚ ਇੱਕ ਐਪ ਆ ਬੱਚੋ ਜੀਓ ਸਾਵਨ, ਦੇਖੋ ਤੁਸੀਂ ਹੈਗੀ ਹੈ ਜੀਓ ਵਾਲਿਆਂ ਦੀ ਹੈ। ਇਹਦਾ ਕਹਿੰਦੇ ਹੁਣ ਨਵਾਂ CEO ਕਿਹਨੂੰ ਲਾਤਾ, ਚੀਫ ਐਗਜ਼ੀਕਿਊਟਿਵ ਆਫਿਸਰ ਕਿਹਨੂੰ ਲਾਤਾ ਇਹਦਾ? ਠੀਕ ਹੈ ਜੀ, ਇਹ ਪੁੱਛ ਰਹੇ ਨੇ। ਤਾਂ ਇਹ ਲਾਤਾ ਆਪਣੇ ਸੁਹਾਸ ਜੀ ਨੂੰ, ਸੁਹਾਸ ਮਲਹੋਤਰਾ, ਇਹਨਾਂ ਨੂੰ ਲਾਤਾ। ਠੀਕ ਹੈ ਜੀ, PDF ਤੁਹਾਨੂੰ ਟੈਲੀਗ੍ਰਾਮ ਗਰੁੱਪ 'ਚ ਪ੍ਰੋਵਾਈਡ ਹੋ ਜਾਊਗਾ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ। ਬਾਕੀ ਜੇ ਕਿਸੇ ਬੱਚੇ ਕੋਲ ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਨਾ ਤੁਸੀਂ ਉੱਪਰ ਸਰਚ ਦੀ ਆਪਸ਼ਨ ਆਊਗੀ, ਉੱਥੇ ਆਪਣੇ ਚੈਨਲ ਦਾ ਨਾਮ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਸਰਚ ਕਰਕੇ ਵੀ ਆਪਣੇ ਆਪ ਵੀ ਜੁਆਇਨ ਕਰ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਹੁਣ 10ਵੇਂ 'ਤੇ ਆ ਗਏ। ਰੀਸੈਂਟਲੀ ਇਨ ਵਿੱਚ ਸਿਟੀ ਸੈਮੀਕੌਨ ਇੰਡੀਆ ਕਾਨਫਰੰਸ 2022 ਹੈਜ਼ ਬੀਨ ਹੈਲਡ। ਹਾਲ ਹੀ ਦੇ ਵਿੱਚ ਕਿਸ ਸ਼ਹਿਰ ਵਿੱਚ ਸੈਮੀਕੌਨ ਇੰਡੀਆ ਕਾਨਫਰੰਸ 2022 ਆਯੋਜਿਤ ਕੀਤੀ ਗਈ ਹੈ? ਵੈਸੇ ਤਾਂ ਬੱਚੋ ਇਹ ਨਾ ਬੜਾ ਵੱਡਾ ਪ੍ਰੋਸੈਸ ਹੁੰਦਾ, ਆਪਾਂ ਡੀਪਲੀ ਨਹੀਂ ਜਾਂਦੇ। ਆਪਾਂ ਕਿਹੜਾ UPSC ਦਾ ਪੇਪਰ ਨੇ। ਇਹਦੇ ਵਿੱਚ ਇਹ ਹੈਗੀ ਮਤਲਬ ਜਿਹੜੀਆਂ ਵੀ ਹੁਣ ਅੱਗੇ ਚੀਜ਼ਾਂ ਆਉਣਗੀਆਂ 2 ਵੀਲਰ ਆਉਣਗੇ, 3 ਵੀਲਰ 4 ਵੀਲਰ ਜਿਹੜੀ ਵੀ ਹੋਣਗੇ ਉਹ ਜ਼ਿਆਦਾਤਰ ਆਪਾਂ ਬੈਟਰੀਆਂ 'ਤੇ ਚਲਾਵਾਂਗੇ। ਠੀਕ ਹੈ, ਬੈਟਰੀਆਂ 'ਤੇ ਚਲਾਵਾਂਗੇ, ਪੈਟਰੋਲ ਤੇ ਡੀਜ਼ਲ ਦੀ ਵਰਤੋਂ ਆਪਾਂ ਘੱਟ ਕਰਾਂਗੇ। ਤਾਂ ਉਹ ਚੀਜ਼ ਨੂੰ ਲੈ ਕੇ ਇਹ ਚੀਜ਼ ਕੀਤੀ ਗਈ ਹੈ। ਬਸ ਤੁਸੀਂ ਸਮਝ ਲਓ ਕਿ ਜਿਹੜੀ ਇਹ ਕਾਨਫਰੰਸ ਹੋਈ ਹੈ ਸੈਮੀਕੌਨ ਇੰਡੀਆ ਕਾਨਫਰੰਸ 2022, ਇਹ ਕਿਹੜੀ ਸਿਟੀ ਦੇ ਵਿੱਚ ਹੋਈ ਹੈ? ਇਹ ਹੋਈ ਹੈ ਆਪਣੀ ਬੈਂਗਲੁਰੂ ਦੇ ਵਿੱਚ। ਠੀਕ ਹੈ ਜੀ, ਇਹ ਹੋਈ ਆਪਣੀ ਬੈਂਗਲੁਰੂ ਦੇ ਵਿੱਚ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਕਹਿੰਦੇ ਰੀਸੈਂਟਲੀ ਵਿਚ ਬੈਂਕ ਹੈਜ਼ ਲਾਂਚਡ ਇੰਡੀਆ ਫਸਟ ਓਪਨ ਫੋਰ ਆਲ ਡਿਜੀਟਲ ਇਕੋਸਿਸਟਮ ਫੋਰ MSME। ਹਾਲ ਹੀ ਦੇ ਵਿੱਚ ਕਿਸ ਬੈਂਕ ਨੇ MSME ਲਈ ਭਾਰਤ ਦਾ ਪਹਿਲਾ ਸਭ ਲਈ ਖੁੱਲ੍ਹਾ ਡਿਜੀਟਲ ਇਕੋਸਿਸਟਮ ਲਾਂਚ ਕੀਤਾ? ਠੀਕ ਹੈ ਜੀ, ਕਿਹੜੀ ਬੈਂਕ ਨੇ ਲਾਂਚ ਕੀਤਾ ਬੱਚੋ ਇਹ? ਵੈਰੀ ਵੈਰੀ ਇੰਪੋਰਟੈਂਟ। ਇਹਨਾਂ ਨੇ ਕੀ ਕਿਹਾ ਹੈਗਾ? ਇਹਨਾਂ ਨੇ ਇਹ ਕਿਹਾ ਹੈਗਾ ਤੁਸੀਂ ਡਾਇਰੈਕਟ ਆ ਕੇ ਸਾਥੋਂ ਲੋਨ ਲੈ ਸਕਦੇ ਹੋ। ਡਾਇਰੈਕਟ ਆ ਕੇ ਤੁਸੀਂ ਸਾਥੋਂ ਲੋਨ ਲੈ ਸਕਦੇ ਹੋ। ਜਿਹੜਾ ਲੋਨ ਹੋਊਗਾ ਉਹ ਕੀ ਹੋਊਗਾ? ਪੇਪਰਲੈਸ ਹੋਊਗਾ। ਕਹਿੰਦਾ ਮਤਲਬ ਕਿ ਡਿਜੀਟਲ ਤੌਰ 'ਤੇ ਤੁਸੀਂ ਲੋਨ ਲੈ ਸਕਦੇ ਹੋ। ਠੀਕ ਹੈ ਜੀ, ਇਹ ਸਾਰਿਆਂ ਨੂੰ ਕਿਹਾ ਹੈਗਾ ਪਹਿਲਾ ਬੈਂਕ ਬਣਿਆ ਗਾ। ਠੀਕ ਹੈ, ਇਹ ਕਿਹੜਾ ਬੈਂਕ? MSME। ਠੀਕ ਹੈ ਜੀ, ਅਤੇ ਇਹ ਕਿਹੜੀ ਬੈਂਕ ਨੇ ਕਿਹਾ ਕਿ ਤੁਸੀਂ ਲੋਨ ਲੈ ਸਕਦੇ ਹੋ ਬੱਚਿਓ? ਇਹ ਕਿਹਾ ਹੈਗਾ ਆਪਣਾ ICICI ਬੈਂਕ ਨੇ। ਠੀਕ ਹੈ ਜੀ, ICICI ਬੈਂਕ ਨੇ ਕਿਹਾ ਹੈਗਾ। 4 ਨੰਬਰ ਆਪਸ਼ਨ। ਕਦੋਂ ਬਣੀ ਸੀ ICICI ਬੈਂਕ? 1994 ਦੇ ਵਿੱਚ। CEO ਕੌਣ ਆ? ਸੰਦੀਪ ਬਖਸ਼ੀ। ਹੈੱਡਕੁਆਟਰ ਕੀ ਹੈ? ਵਡੋਦਰਾ। ਇਹ ਜੋ ਤੁਹਾਨੂੰ ਡਿਟੇਲ ਦੇ ਵਿੱਚ ਇਹ ਤੋਂ ਬਾਅਦ ਤੁਹਾਨੂੰ ਸਪੈਸ਼ਲ ਸਾਰੀਆਂ ਬੈਂਕਾਂ ਕਰਵਾਈਆਂ ਜਾਣਗੀਆਂ। ਠੀਕ ਹੈ ਜੀ, ਇਹ ਤੋਂ ਬਾਅਦ ਰੀਸੈਂਟਲੀ ਵਿੱਚ ਮਿਨਿਸਟਰੀ ਹੈਜ਼ ਐਗਰੀਮੈਂਟ ਵਿਦ ਦਾ ਸੈਂਟਰ ਆਫ ਡਿਵੈਲਪਮੈਂਟ ਆਫ ਟੈਲੀਮੈਟਿਕ ਟੂ ਇੰਪਰੂਵ ਰੇਲਵੇ ਟੈਲੀਕਮਿਊਨੀਕੇਸ਼ਨ। ਕਹਿੰਦੇ ਰੇਲਵੇ ਮੰਤਰਾਲੇ ਨੇ। ਠੀਕ ਹੈ ਜੀ, ਰੇਲਵੇ ਮੰਤਰਾਲੇ ਨਹੀਂ ਰੇਲਵੇ ਦੇ ਵਿੱਚ। ਅੱਛਾ ਇੱਕ ਮਿੰਟ, ਹਾਲ ਦੇ ਵਿੱਚ ਕਿਸ ਮੰਤਰਾਲੇ ਨੇ ਰੇਲਵੇ ਦੂਰ ਸੰਚਾਰ ਦੇ ਵਿੱਚ ਸੁਧਾਰ ਕਰਨ ਲਈ ਸੈਂਟਰ ਆਫ ਡਿਵੈਲਪਮੈਂਟ ਆਫ ਟੈਲੀਮੈਟਿਕ
ਸੀ ਡਾਟ ਨਾਲ ਸਮਝੌਤਾ ਕੀਤਾ ਹੈਗਾ। ਇਹਦੇ ਵਿੱਚ ਨਾਂ ਦੇ ਵਿੱਚ ਹੀ ਪਿਆ ਕਿ ਰੇਲਵੇ ਸੰਚਾਰ ਨਾਲ ਕੀਤਾ, ਤਾਂ ਕਿਹੜੀ ਮਿਨਿਸਟਰੀ ਕਰੂਗੀ? ਮਿਨਿਸਟਰੀ ਆਫ ਰੇਲਵੇ ਕਰੂਗੀ। ਠੀਕ ਹੈ ਜੀ, ਮਿਨਿਸਟਰੀ ਆਫ ਰੇਲਵੇ ਕਰੂਗੀ। ਅਤੇ ਮਿਨਿਸਟਰੀ ਆਫ ਰੇਲਵੇ ਦੇ ਮਿਨਿਸਟਰ ਕੌਣ ਹੈ? ਅਸ਼ਨਵੀ ਵੈਸ਼ਨਵ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਆਪਣੇ ਕਰੰਟ ਅਫੇਅਰ ਆ ਗਏ ਬੱਚੇ ਹੁਣ 3 ਮਈ ਦੇ। ਇਹ 2 ਮਈ ਦੇ ਸੀ, ਹੁਣ ਆਪਣਾ ਕਰਾਂਗੇ 3 ਮਈ ਦੇ। 3 ਮਈ ਦਾ ਪਹਿਲਾ ਕਰੰਟ ਅਫੇਅਰ ਕਿਹੜਾ ਹੈਗਾ? ਰੀਸੈਂਟਲੀ ਹੂ ਹੈਜ਼ ਬੀਨ ਅਪੋਇੰਟਡ ਦਾ ਵਾਈਸ ਚੀਫ ਆਫ ਇੰਡੀਅਨ ਆਰਮੀ। ਇੰਡੀਅਨ ਆਰਮੀ ਦੇ ਵਾਈਸ ਚੀਫ ਵਜੋਂ ਕਿਹਨੂੰ ਚੁਣਿਆ ਗਿਆ ਬੱਚਿਓ? ਠੀਕ ਹੈ ਜੀ, ਕਿਹਨੂੰ ਚੁਣਿਆ ਗਿਆ? ਵੈਰੀ ਵੈਰੀ ਇੰਪੋਰਟੈਂਟ। ਤਾਂ ਇਹ ਚੁਣਿਆ ਗਿਆ ਆਪਣੀ ਏ ਨੰਬਰ ਆਪਸ਼ਨ ਨੂੰ। ਠੀਕ ਹੈ ਜੀ, ਵਾਈਸ ਚੀਫ ਚੁਣਿਆ ਗਿਆ ਇਹਨਾਂ ਨੂੰ, ਕਿਹਨਾਂ ਨੂੰ? BS ਰਾਜੂ ਨੂੰ। ਵੈਰੀ ਵੈਰੀ ਇੰਪੋਰਟੈਂਟ, ਇਹ ਪੋਜੀਸ਼ਨ ਆਉਣ ਦੇ ਫੁੱਲ ਚਾਂਸ ਨੇ। 1 ਨੰਬਰ ਆਪਸ਼ਨ 30 ਅਪ੍ਰੈਲ ਨੂੰ ਮਨੋਜ ਮੁਕੰਦ ਜੀ ਰਿਟਾਇਰ ਹੋ ਗਏ ਸੀ। ਠੀਕ ਹੈ ਜੀ, ਉਹਨਾਂ ਦੀ ਜਗ੍ਹਾ ਨਵੇਂ ਆਰਮੀ ਚੀਫ ਜਨਰਲ ਮਨੋਜ ਪਾਂਡੇ, ਇੰਡੀਅਨ ਆਰਮੀ ਦੇ ਪਹਿਲੇ ਇੰਜੀਨੀਅਰ ਚੀਫ ਵੀ ਇਹੀ ਹੈਗੇ। ਠੀਕ ਹੈ ਜੀ, ਇਹਨਾਂ ਨੂੰ ਚੁਣਿਆ ਗਿਆ ਹੈਗਾ। ਅਤੇ 15 ਜਨਵਰੀ ਨੂੰ ਕੀ ਹੁੰਦਾ ਹੈਗਾ? 15 ਜਨਵਰੀ ਨੂੰ ਆਪਾਂ ਆਰਮੀ ਡੇ ਮਨਾਉਣੇ ਆ। ਠੀਕ ਹੈ ਜੀ, 15 ਜਨਵਰੀ ਨੂੰ ਆਪਾਂ ਕੀ ਮਨਾਉਣੇ ਆ? ਆਰਮੀ ਡੇ ਮਨਾਉਣੇ ਆ। ਓਕੇ ਜੀ। ਅਤੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਕੀ ਕਹਿ ਰਹੇ ਨੇ? ਕਹਿੰਦੇ ਰੀਸੈਂਟਲੀ PV ਸੰਧੂ ਆ ਜਿਹੜੀ, ਇਹਨੇ ਜਿੱਤਿਆ ਹੈਗਾ ਕਿਹੜਾ ਮੈਡਲ ਜਿੱਤਿਆ ਹੈਗਾ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ? ਤਾਂ ਬੱਚੋ ਇਹਨੇ ਜਿੱਤਿਆ ਬਨੌਜ ਮੈਡਲ, ਬਨੌਜ ਕਾਂਸੇ ਦਾ। ਪਹਿਲਾਂ ਵੀ ਇਹਨਾਂ ਨੇ ਇਹੀ ਜਿੱਤਿਆ ਹੈਗਾ ਅਤੇ ਹੁਣ ਵੀ ਇਹੀ ਜਿੱਤਿਆ ਹੈਗਾ। ਠੀਕ ਹੈ ਜੀ। ਅਤੇ ਇਹਨਾਂ ਨੇ ਹੁਣ ਤੱਕ 2 ਮੈਡਲ ਜਿੱਤੇ ਆ। ਓਕੇ, ਇਹ ਗੱਲ ਯਾਦ ਰੱਖਣੀ ਹੈ। ਅਤੇ ਇਹਨਾਂ ਨੇ ਕਿਹਨੇ ਹਰਾਤਾ ਇਹਨਾਂ ਨੂੰ? ਇਹਨਾਂ ਦਾ ਦੂਸਰਾ ਮੈਡਲ ਹੈ। ਇਹਨਾਂ ਨੂੰ ਅਕੇਨ ਜਾਮਿਊਚੀ, ਇਹ ਫਿਲੀਪਾਈਨ ਦੀ ਰਾਜਧਾਨੀ ਮਨੀਲਾ ਦੇ ਵਿੱਚ ਹੋਇਆ ਸੀ। ਇਹ ਜਿਹੜਾ ਹੋਇਆ ਸੀ ਮੈਚ ਕਿਹੜਾ? ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ, ਇਹ ਫਿਲੀਪਾਈਨ ਮਨੀਲਾ ਦੇ ਵਿੱਚ ਹੋਇਆ ਸੀ। ਫਿਲੀਪਾਈਨ ਦੀ ਰਾਜਧਾਨੀ ਮਨੀਲਾ, ਰਾਜਧਾਨੀਆਂ ਤੁਹਾਨੂੰ ਕਰਵਾਈਆਂ ਹੋਈਆਂ ਐਪ 'ਤੇ ਪਿਆ ਉਹਦੇ ਲੈਕਚਰ। ਠੀਕ ਹੈ ਜੀ। ਅਤੇ ਅਕੇਨ ਜਾਮਾਉਚੀ ਨੇ ਇਹਨੂੰ ਹਰਾਤਾ ਸੀ। ਕਿਹਨੂੰ? PV ਸੰਧੂ ਨੂੰ। ਇਹ ਗੱਲ ਯਾਦ ਰੱਖਣੀ ਹੈ, ਪੁੱਛਿਆ ਜਾ ਸਕਦਾ ਹੈਗਾ ਪ੍ਰੀਸ਼ਨ ਵਾਲਾ। ਦੇਖੋ ਕਿਵੇਂ ਵੀ ਪ੍ਰੀਸ਼ਨ ਘੁਮਾ ਕੇ ਪੁੱਛ ਸਕਦਾ ਹੈਗਾ। ਉਹ ਪੁੱਛ ਸਕਦਾ ਕਿ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ PV ਸੰਧੂ ਨੂੰ ਕਿਸ ਨੇ ਹਰਾਇਆ? ਠੀਕ ਹੈ ਜੀ, ਜਾਂ ਕਿੱਥੇ ਮੈਚ ਹੋਇਆ ਹੈਗਾ। ਪ੍ਰੀਸ਼ਨ 3 ਬਣ ਜਾਂਦੇ ਹੁੰਦੇ ਆ। ਜਿਹੜੇ ਪ੍ਰਸ਼ਨ ਆਪਣਾ ਸਰਦਾ ਨਹੀਂ ਉਹੀ ਜ਼ਿਆਦਾ ਕਰਵਾ ਰਹੇ ਹਾਂ। ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਹੈਜ ਇੰਪਰੂਵਡ ਫਾਸਟ ਇਟਸ ਕਾਈਂਡ ਜੀਨੀ ਬੈਂਕ ਪ੍ਰੋਜੈਕਟ। ਹਾਲ ਦੇ ਵਿੱਚ ਕਿਸ ਰਾਜ ਸਰਕਾਰ ਨੇ ਭਾਰਤ ਲਈ ਆਪਣੀ ਕਿਸਮ ਦੇ ਪਹਿਲੇ ਜੀਨ ਬੈਂਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ? ਠੀਕ ਹੈ ਜੀ, ਜੀਨ ਬੈਂਕ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੀਨ ਬੈਂਕ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਜੈਨੇਟਿਕ ਹੁੰਦੇ ਆ, ਜਿਵੇਂ ਇੱਕ ਦੂਜੇ ਤੋਂ, ਜਿਵੇਂ ਆਪਣੇ ਕੁੱਤਿਆਂ ਦੀ ਬਰੀਡ ਨਹੀਂ ਤਿਆਰ ਕਰਦੇ, ਅੱਗੇ ਤੋਂ ਅੱਗੇ ਹਾਈਬ੍ਰਿਡ ਬਰੀਡ ਹੁੰਦੀ ਹੈ। ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਆਪਣੇ ਪਸ਼ੂ ਹੁੰਦੇ ਆ ਘਰੇ, ਆਪਾਂ ਕਹਿ ਦਿੰਦੇ ਹਾਂ ਕਿ ਮੋਹਰਾ ਨਸਲ ਦੇ ਜਿਹੜਾ ਹੋਵੇਗਾ ਮੇਲ ਜਾਨਵਰ ਹੈ, ਉਹਦਾ ਟੀਕਾ ਆਪਾਂ ਫੀਮੇਲ ਦੇ ਵਿੱਚ ਧਰਵਾ ਦਿੰਦੇ। ਉਸ ਤਰ੍ਹਾਂ ਦੇ ਜੀਨ ਨੂੰ ਲੈ ਕੇ ਇਹ ਜੀਨ ਬੈਂਕ ਨੂੰ ਪਹਿਲੀ ਵਾਰ ਮਾਨਤਾ ਮਿਲੀ ਹੈ। ਜਿੱਥੇ ਵੀ ਕੋਈ ਫਾਸਟ ਚੀਜ਼ ਆ ਗਈ ਤੁਸੀਂ ਭੁੱਲ ਕੇ ਸਕਿਪ ਨਹੀਂ ਕਰਨੀ। ਇਹ ਬੈਂਕ ਕਿੱਥੇ ਲਾਉਣਗੇ? ਜੈਨੇਟਿਕ ਬੈਂਕ। ਜਿਹੜੇ ਬੱਚਿਆਂ ਨੇ ਬਾਇਓਲੋਜੀ ਕਰੀ ਹੋਈ ਹੈ ਜਾਂ BS ਐਗਰੀਕਲਚਰ ਦੇ ਵਿੱਚ ਵੀ ਸਪੈਸ਼ਲ ਚੈਪਟਰ ਹੈ ਇਹ ਜੈਨੇਟਿਕਸ ਦਾ, ਗੁਣ ਸੂਤਰਾਂ ਦਾ, ਉਹਦੇ ਵਿੱਚ ਸਾਰਾ ਕੁਛ ਆ ਜਾਂਦਾ। ਠੀਕ ਹੈ ਜੀ। ਅਤੇ ਇਹਨਾਂ ਨੇ ਕਿਹਨੂੰ ਮਨਜ਼ੂਰੀ ਦਿੱਤੀ ਹੈ? ਇਹ ਜੀਨ ਬੈਂਕ ਨੂੰ ਕਿਹੜੀ ਸਟੇਟ ਗਵਰਨਮੈਂਟ ਨੇ ਅਪਰੂਵ ਕਰਤਾ? ਇਹ ਕਰਤਾ ਬੱਚੋ ਮਹਾਰਾਸ਼ਟਰ ਨੇ। ਠੀਕ ਹੈ ਜੀ। ਅਤੇ ਮਹਾਰਾਸ਼ਟਰ ਦੇ ਵਿੱਚ 7 ਚੀਜ਼ਾਂ 'ਤੇ ਫੋਕਸ ਕਰੂਗੀ ਇਹ ਬੈਂਕ। ਕਿਹੜੀ 'ਤੇ ਕਰੂਗੀ? ਮਰੀਨ ਬਾਇਓ ਡਿਵਰਸਿਟੀ, ਮਰੀਨ ਜਿਹੜੇ ਜਾਨਵਰ ਪਾਣੀ ਦੇ ਵਿੱਚ ਰਹਿੰਦੇ ਆ। ਲੋਕਲ ਕਰੋਪ, ਜਿਹੜੀਆਂ ਲੋਕਲ ਕਰੋਪ ਹੈ, ਫਸਲਾਂ ਲੋਕਲ ਆਪਣੀਆਂ, ਅਤੇ ਉਹਨਾਂ ਦੀ ਸੀਡ ਵਰਾਇਟੀ ਦੀ ਵੀ ਇਹ ਜਾਂਚ ਕਰੂਗੀ ਚੰਗੀ ਤਰ੍ਹਾਂ। ਠੀਕ ਹੈ ਜੀ। ਕੈਟਲ ਬਰੀਡ ਹੁੰਦੀ ਹੈ ਪਸ਼ੂਆਂ ਮੱਝਾਂ ਦੀ। ਠੀਕ ਹੈ, ਮੱਝਾਂ ਗਾਵਾਂ ਦੀ, ਉਹ 'ਤੇ ਵੀ ਕਰੂਗੀ। ਫਰੈਸ਼ ਵਾਟਰ 'ਤੇ ਵੀ ਧਿਆਨ ਦੇਣਗੇ ਇਹ ਜਿਹੜਾ ਫੋਰੈਸਟ ਏਰੀਆ ਉਹਨੂੰ ਵੀ ਦੁਬਾਰੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜੜੀਆਂ ਬੂਟੀਆਂ ਜ਼ਿਆਦਾ ਲਾਉਣਗੇ, ਜ਼ਿਆਦਾ ਦਰਖਤ, ਨਵੇਂ ਤਰ੍ਹਾਂ ਦੇ ਦਰਖਤ ਲਾਏ ਜਾਣਗੇ। ਐਨੀਮਲ ਗ੍ਰੇਜਿੰਗ ਬਾਇਓਡਾਇਵਰਸਿਟੀ ਵੀ ਉਹੀ ਆ ਗਿਆ। ਗ੍ਰਾਸਲੈਂਡ, ਘਾਹ ਘੂਹ ਨੂੰ ਸਾਰਿਆਂ ਨੂੰ ਐਨੀਮਲਾਂ ਦੀ ਦੇਖਭਾਲ ਕੀਤੀ ਜਾਊਗੀ, ਕੰਸਰਵੇਸ਼ਨ ਹੋਊਗੀ, ਅਤੇ ਮੈਨੇਜਮੈਂਟ ਪਲਾਨ ਆਫ ਅੰਡਰ ਫੋਰੈਸਟ ਏਰੀਆ ਦੇ ਵਿੱਚ ਜਿਹੜੇ ਅੰਡਰ ਹੈ ਉਹਨਾਂ ਨੂੰ ਵਧੀਆ ਰੱਖਿਆ ਜਾਊਗਾ ਸਾਂਭ ਸੰਭਾਲ ਕਰਕੇ। ਠੀਕ ਹੈ ਜੀ। ਇਹ ਤੁਹਾਨੂੰ ਆਹ 7 ਦੇ 7 ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਸਿਰਫ ਇਹ ਦੇਖਣਾ ਕਿ ਚੀਨੀ ਬੈਂਕ ਪ੍ਰੋਜੈਕਟ ਨੂੰ ਸਭ ਤੋਂ ਕਿਹੜੀ ਸਟੇਟ ਨੇ ਅਪਰੂਵ ਦਿੱਤਾ, ਬਸ ਤੁਸੀਂ ਮਹਾਰਾਸ਼ਟਰ ਯਾਦ ਕਰ ਲਓ। ਹੋਰ ਇਹਦੇ ਵਿੱਚ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਹੁਣ ਦੁਬਾਰਾ ਅਗਲਾ ਪ੍ਰਸ਼ਨ ਆ ਗਿਆ ਬੱਚੇ, ਮੈਂ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਟਾਈਪ ਕਰਨ ਵਾਲਾ ਰਹਿ ਗਿਆ ਕੈਂਡੀਡੇਟ ਦਾ। ਚਲੋ ਕੋਈ ਗੱਲ ਨਹੀਂ। ਰੀਸੈਂਟਲੀ ਵਿੱਚ ਕੰਪਨੀ ਹੈਜ ਐਗਰੀਮੈਂਟ ਵਿਦ GE ਪਾਵਰ ਟੂ ਡਿਵੈਲਪ ਐਂਡ ਬੂਸਟ ਇੰਟੀਗ੍ਰੇਟਡ ਇਲੈਕਟ੍ਰਿਕ ਪ੍ਰੋਪਲੇਸ਼ਨ ਸਿਸਟਮ ਫੋਰ ਇੰਡੀਅਨ ਨੇਵੀ। ਕੀ ਕਹਿ ਰਹੇ ਨੇ? ਕਹਿੰਦੇ ਕਿਹੜੀ ਉਹ ਭਾਰਤ ਦੀ ਨੌ ਸੈਨਾ ਕੰਪਨੀ ਹੈ। ਠੀਕ ਹੈ ਜੀ। ਜਿਹੜੀ ਕਿ ਠੀਕ ਹੈ ਜੀ GE ਪਾਵਰ, ਇਹ ਪਹਿਲੀ ਇੱਕ ਕੰਪਨੀ ਹੈ ਜਿਹਦੇ ਨਾਲ ਆਪਣਾ ਐਗਰੀਮੈਂਟ ਚੱਲਦਾ। ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੀਆਂ ਨੇਵੀ ਸੈਨਾ ਨੂੰ ਇਹ GE ਬਣਾ ਕੇ ਦਿੰਦੀ ਹੈ, GE ਕੰਪਨੀ ਬਣਾ ਕੇ ਦਿੰਦੀ ਹੈ। ਠੀਕ ਹੈ ਜੀ। ਇਹ ਕਹਿੰਦੇ GE ਕੰਪਨੀ ਨੇ ਵੀ ਹੁਣ ਐਗਰੀਮੈਂਟ ਕੀਤਾ ਵਾ। GE ਕੰਪਨੀ ਨੇ ਕਿਹਨਾਂ ਨਾਲ ਐਗਰੀਮੈਂਟ ਕੀਤਾ ਹੈਗਾ? ਇੰਟੀਗ੍ਰੇਟਡ ਇਲੈਕਟ੍ਰਿਕ ਪ੍ਰੋਪਲੇਸ਼ਨ ਸਿਸਟਮ ਨਾਲ। ਠੀਕ ਹੈ ਜੀ। ਹੁਣ ਇਹ ਇਕੱਠੇ ਰਲਣਗੇ, GE ਹੋ ਗਿਆ ਅਤੇ ਆਹ ਕੰਪਨੀ ਹੋ ਗਈ। ਅਤੇ ਇਹ ਸਾਰਾ ਕੁਛ ਇਹਨੇ ਕਿਹੜੀ ਕੰਪਨੀ ਨਾਲ ਕੀਤਾ? ਆਪਣੇ ਹੇਠਲਿਆਂ ਦੇ ਵਿੱਚੋਂ ਇਹ ਕੀਤਾ ਭਾਰਤ ਹੈਵੀ ਇਲੈਕਟ੍ਰਿਕ ਲਿਮਟਿਡ ਨਾਲ, BEL ਨਾਲ ਕੀਤਾ ਗਾ। ਠੀਕ ਹੈ ਜੀ। ਇਹ ਪ੍ਰਸ਼ਨ ਦੁਬਾਰਾ ਫਿਰ ਦੱਸ ਦੇਣਾ ਕੀ ਬਣੂਗਾ? ਕਿਸ ਕੰਪਨੀ ਨੇ ਭਾਰਤੀ ਨੌ ਸੈਨਾ ਦੇ ਲਈ, ਠੀਕ ਹੈ ਜੀ, ਇੰਟੀਗ੍ਰੇਟਡ ਇਲੈਕਟ੍ਰਿਕ
ਪ੍ਰੋਪਲੇਸ਼ਨ ਸਿਸਟਮ ਨੂੰ ਵਿਕਸਿਤ ਕਰਨ ਅਤੇ ਬੜਾਵਾ ਦੇਣ ਦੇ ਲਈ GE ਦੇ ਨਾਲ ਸਮਝੌਤਾ ਕੀਤਾ ਹੈ। ਇਹਦਾ ਫੁੱਲ ਮਤਲਬ ਇਹ ਹੈ ਪੰਜਾਬੀ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ ਪ੍ਰਸ਼ਨ 'ਤੇ। ਵੈਰੀ ਵੈਰੀ ਇੰਪੋਰਟੈਂਟ। ਰੀਸੈਂਟਲੀ ਵਿੱਚ ਪਲੇਸ, ਕਿਹੜਾ ਪਲੇਸ ਆ ਕਹਿੰਦੇ ਜਿੱਥੇ ਇੰਡੀਅਨ ਨੇਵੀ ਨੇ ਇੱਕ ਸਕਸੈਸਫੁਲੀ ਟੈਸਟ ਕੀਤਾ ਗਾ ਐਂਟੀ ਸ਼ਿਪ ਵਰਜਨ ਆਫ ਬ੍ਰਹਮੋਸ। ਵੈਰੀ ਵੈਰੀ ਇੰਪੋਰਟੈਂਟ, ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈਗਾ, ਭੁੱਲ ਕੇ ਵੀ ਨਹੀਂ ਛੱਡਣਾ ਇਹ ਪ੍ਰਸ਼ਨ ਤੁਸੀਂ। ਇਹਦਾ ਕਿੱਥੇ ਕੀਤਾ ਗਿਆ ਬੱਚੋ? ਇਹਦਾ ਜਿਹੜਾ ਟੈਸਟ ਕੀਤਾ ਗਿਆ ਇਹ ਕੀਤਾ ਗਿਆ ਆਪਣਾ ਅੰਡੇਮਾਨ ਐਂਡ ਨਿਕੋਬਾਰ ਆਇਲੈਂਡ 'ਤੇ। ਜ਼ਿਆਦਾ ਟੈਸਟ ਟੂਸਟ ਇੱਥੇ ਕੀਤੇ ਜਾਂਦੇ, ਤਾਂ ਕਰਕੇ ਟੂਰਿਸਟਾਂ ਨੂੰ ਤਾਂ ਹੀ ਮਨਾਹੀ ਹੈਗੀ ਕਿ ਟੂਰਿਸਟ ਤੇ ਘੱਟ ਜਾਂਦੇ ਆ, ਤਾਂ ਹੀ ਮਨਾਹੀ ਹੈਗੀ, ਟੈਸਟ ਟੂਸਟ ਕਰਦੇ ਰਹਿੰਦੇ ਆ। ਠੀਕ ਹੈ ਜੀ। ਅਤੇ ਬਰਮੋ ਮਿਸਾਈਲ ਦੀ ਐਂਟੀ ਸ਼ਿਪ, ਇਹ ਪਾਣੀ ਦੇ ਵਿੱਚ ਵੀ ਮਾਰ ਕਰੂਗੀ। 350 ਕਿਲੋਮੀਟਰ ਦੇ ਨੇੜੇ ਦੀ ਪਾਵਰ ਹੈਗੀ, ਪਾਣੀ ਦੇ ਵਿੱਚ ਵੀ, ਹਵਾ ਦੇ ਵਿੱਚ ਵੀ, ਜਿੱਥੇ ਮਰਜ਼ੀ ਚਲਾ ਸਕਦਾ, ਉੱਥੋਂ ਕਿਤੇ ਵੀ ਅਸਰ ਕਰੂ ਸਾਰੇ ਕਿਤੋਂ ਇਹ। ਇਹ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ, ਕਹਿੰਦੇ ਰੀਸੈਂਟਲੀ ਵਿੱਚ ਬੈਂਕ ਹੈਜ ਲਾਂਚਡ ਫਸਟ ਡਿਜੀਟਲ ਪ੍ਰੋਜੈਕਟ ਪ੍ਰੀ ਅਪਰੂਵਡ ਪਰਸਨਲ ਲੋਨ ਅੰਡਰ ਪ੍ਰੋਜੈਕਟ ਆਫ ਵੇਬ। ਠੀਕ ਹੈ ਜੀ। ਕੀ ਕਹਿਣਾ ਚਾਹੁੰਦੇ ਨੇ? ਕਹਿੰਦੇ ਹਾਲ ਦੇ ਵਿੱਚ ਕਿਸ ਬੈਂਕ ਨੇ ਆਪਣਾ ਪ੍ਰੋਜੈਕਟ ਵੈਬ ਦੇ ਤਹਿਤ ਆਪਣਾ ਪਹਿਲਾ ਡਿਜੀਟਲ ਉਤਪਾਦ ਪ੍ਰੀ ਪ੍ਰਵਾਨਿਤ ਪਰਸਨਲ ਲੋਨ ਲਾਂਚ ਕੀਤਾ ਹੈਗਾ। ਇਹ ਕੀ ਕਹਿ ਰਹੇ ਨੇ? ਇਹ ਕਹਿ ਰਹੇ ਨੇ ਭਾਈ ਜੇ ਤੁਸੀਂ ਸਾਡਾ ਪਰਸਨਲ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ। ਠੀਕ ਹੈ ਜੀ। ਪ੍ਰੀ ਅਪਰੂਵਡ ਪਰਸਨਲ ਲੋਨ ਲੈ ਸਕਦੇ ਹੋ ਵੇਬ ਦੇ ਅੰਡਰ। ਇਹ ਮਤਲਬ ਉਹ ਬੰਦੇ ਆ ਜਿਵੇਂ ਹੁਣ ਆਪਣਾ ਕਿਸੇ ਬੈਂਕ ਦੇ ਵਿੱਚ ਖਾਤਾ ਬੱਚੋ, ਆਪਣਾ ਕਿਸੇ ਬੈਂਕ ਦੇ ਵਿੱਚ ਖਾਤਾ, ਕਿਤੇ ਆਪਾਂ 10,000 ਰੁਪਇਆ ਪਵਾ ਲਿਆ, ਕਿਤੇ 50,000 ਰੁਪਇਆ ਆਪਣੇ ਖਾਤੇ 'ਚ ਆ ਗਿਆ, ਕਿਤੇ ਆਪਾਂ 2 ਲੱਖ ਪਵਾ ਲਿਆ ਖਾਤੇ 'ਚ, 10,000 ਦੇ ਤਾਂ ਆਪਾਂ ਲੈਣ ਦੇਣ ਕਰੀ ਜਾਂਦੇ ਹਾਂ ਕਿਸੇ ਨਾਲ ਖਾਤੇ ਦੇ ਵਿੱਚ। ਤਾਂ ਬੈਂਕ ਵਾਲੇ ਉਹ ਬੰਦੇ ਨੂੰ ਦੇਖ ਲੈਂਦੇ ਕਿ ਜਿਹੜਾ ਬੰਦੇ ਦੇ ਖਾਤੇ 'ਚ ਬੜੇ ਪੈਸੇ ਹੁੰਦੇ ਆ, ਫਿਰ ਤੁਹਾਨੂੰ ਬੈਂਕ ਵਾਲੇ ਫੋਨ ਵੀ ਕਰਦੇ ਹੋਣਗੇ ਜੀ ਤੁਸੀਂ ਸਾਡੇ ਵਧੀਆ ਕਸਟਮਰ ਹੋ, ਤੁਹਾਨੂੰ ਅਸੀਂ ਕ੍ਰੈਡਿਟ ਕਾਰਡ ਦੇ ਦਿੰਦੇ, ਤੁਹਾਨੂੰ ਫਲਾਨਾ ਕਾਰਡ ਦੇ ਦਿੰਦੇ, ਆਉਂਦੇ ਨਹੀਂ ਹੁੰਦੇ ਫੋਨ ਆਪਾਂ ਨੂੰ। ਠੀਕ ਹੈ, ਕੋਈ ਗੱਲ ਨਹੀਂ, ਜਦੋਂ ਤੁਸੀਂ ਕੱਲ੍ਹ ਨੌਕਰੀ ਲੱਗ ਜਾਓਗੇ ਤੁਹਾਨੂੰ ਵੀ ਫੋਨ ਆਇਆ ਕਰਨਗੇ, ਅਤੇ ਫਿਰ ਤੁਸੀਂ ਜ਼ਰੂਰ ਹੱਸਿਆ ਕਰੋਗੇ ਮੇਰੀ ਗੱਲ ਯਾਦ ਕਰਕੇ ਮਾਸਟਰ ਨੇ ਆਹ ਗੱਲ ਕਹੀ ਸੀ। ਅਤੇ ਉਹਦੇ ਤਹਿਤ ਨਾ ਇਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਲੋਨ ਲੈ ਸਕਦੇ ਹੋ ਬੱਚੋ 2 ਲੱਖ ਤੱਕ। ਠੀਕ ਹੈ ਜੀ। ਕਿਹੜੀ ਯੋਜਨਾ ਤਹਿਤ? ਪ੍ਰੀ ਅਪਰੂਵਡ ਪਰਸਨਲ ਲੋਨ ਦੇ। ਬਸ ਤੁਹਾਨੂੰ ਪਹਿਲੀ ਅਪਰੂਵ ਹੋਊਗਾ, ਚੁੱਪ ਕਰਕੇ ਲੈ ਜਾਓ ਆ ਕੇ ਲੋਨ, ਐਂ ਕਹਿ ਰਹੇ ਇਹ। ਠੀਕ ਹੈ ਜੀ। ਇਹ ਕੌਣ ਕਰ ਰਿਹਾ ਬੱਚੋ? ਇਹ ਕਰ ਰਿਹਾ ਹੈਗਾ ਆਪਣਾ ਇੰਡੀਅਨ ਬੈਂਕ। ਵੈਰੀ ਵੈਰੀ ਇੰਪੋਰਟੈਂਟ, ਇੰਡੀਅਨ ਬੈਂਕ ਕਰ ਰਹੀ ਹੈ ਸਾਰਾ ਕੁਛ। ਇਸ ਤੋਂ ਬਾਅਦ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਅਗਲਾ ਆ ਗਿਆ, ਕਹਿੰਦੇ ਗਵਰਨਮੈਂਟ ਆਫ ਇੰਡੀਆ ਨੇ ਬਿੱਲ ਇਸ਼ੂ ਕੀਤੇ ਹੈਗੇ ਕੋਮੋਰੇਟਿਵ ਕੋਇਨ ਟੂ ਮਾਰਕ ਬਰਥ ਸੈਂਚੁਰੀ ਆਫ ਦਾ ਜਵਾਹਰ ਲਾਲ ਡਾਲਡਾ। ਹੁਣ ਕੋਈ ਵੀ ਪ੍ਰਸ਼ਨ ਪੜ੍ਹਨਾ ਧਿਆਨ ਨਾਲ ਦੇਖਿਆ ਕਰੋ, ਵਿੱਚ ਨਾ ਇੱਥੇ ਅੱਧੇ ਨੇ ਪੜ੍ਹਨਾ ਨਹੀਂ ਸੀ, ਜਵਾਹਰ ਲਾਲ ਨਹਿਰੂ ਛੱਡ ਕੇ ਆ ਜਾਂਦੇ। ਜਵਾਹਰ ਲਾਲ ਨਹਿਰੂ ਦੀ ਗੱਲ ਕੀਤੀ ਹੈ ਜੀ, ਇਹ ਜਵਾਹਰ ਲਾਲ ਡਾਲਡਾ। ਇਹ ਜਵਾਹਰ ਲਾਲ ਡਾਲਡਾ ਕੌਣ ਹੈਗੇ? ਇਹ ਬੱਚੇ ਉਹੀ ਹੈਗੇ, ਇਹਨਾਂ ਨੇ ਇੱਕ ਅਖਬਾਰ ਵੀ ਲਾਂਚ ਕੀਤਾ ਸੀ, ਅਤੇ ਇਹ ਇੱਕ ਕੀ ਹੈਗੇ? ਇਹ ਇੱਕ ਫਰੀਡਮ ਫਾਈਟਰ ਹੈਗੇ। ਠੀਕ ਹੈ ਜੀ। ਫਰੀਡਮ ਫਾਈਟਰ ਹੈਗੇ। ਇਹਨਾਂ ਦੀ ਜਿਹੜੀ 100ਵੀਂ ਉਹ ਹੋਈ ਹੈ, 100 ਸਾਲ ਹੋ ਗਏ ਇਹਨਾਂ ਨੂੰ, ਜਨਮ ਸ਼ਤਾਬਦੀ ਮਨਾਈ ਗਈ ਹੈ। ਤਾਂ ਇਹਨਾਂ ਦੇ ਜਨਮ ਦਿਨ 'ਤੇ ਕਿਹੜਾ ਸਿੱਕਾ ਜਾਰੀ ਕੀਤਾ? ਫਿਰ 100ਵਾਂ ਸਾਲ ਹੋ ਗਿਆ ਤਾਂ ਸੈਂਚੁਰੀ ਦੇ ਵਿੱਚ ਤਾਂ 100 ਰੁਪਏ ਦਾ ਸਿੱਕਾ ਲਾਂਚ ਕੀਤਾ ਇਹਨਾਂ ਦੇ ਜਨਮ ਦਿਨ ਵਾਲੇ ਦਿਨ। ਇਹ ਕੌਣ ਆ ਬੱਚੋ? ਇਹ ਇੱਕ ਫਰੀਡਮ ਫਾਈਟਰ ਹੈ, ਅਤੇ ਲੋਕਮਤ ਨਿਊਜ਼ ਪੇਪਰ ਵੀ ਦੀ ਸਥਾਪਨਾ ਵੀ ਇਹਨਾਂ ਨੇ ਕੀਤੀ ਸੀ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 8ਵੇਂ ਦੀ, ਕਹਿੰਦੇ ਰੀਸੈਂਟਲੀ ਗਵਰਨਮੈਂਟ ਆਫ ਇੰਡੀਆ ਹੈਜ਼ ਲਾਂਚਡ ਈ ਕਮਰਸ ਪਲੇਟਫਾਰਮ ONDC ਓਪਨ ਨੈਟਵਰਕ ਫॉर ਡਿਜੀਟਲ ਕਮਰਸ ਟੂ ਔਨ ਬੋਰਡ ਵਿਦ ਵਿਚ ਸਟੋਰ। ਵੈਰੀ ਵੈਰੀ ਇੰਪੋਰਟੈਂਟ, ਕਹਿੰਦੇ ਹਾਲ ਦੇ ਵਿੱਚ ਹੀ ਗਵਰਨਮੈਂਟ ਆਫ ਇੰਡੀਆ ਨੇ ਕਿੰਨੇ ਸਟੋਰਾਂ ਨੂੰ ਔਨ ਬੋਰਡ ਕਰਨ ਲਈ ਈ ਕਮਰਸ ਪਲੇਟਫਾਰਮ ONDC ਲਾਂਚ ਕੀਤਾ ਹੈ। ਬੱਚੋ ਇਹ ਜਿਹੜਾ ONDC ਲਾਂਚ ਕੀਤਾ ਨਾ, ਇਹ ਕਿੰਨਾ ਵਾਸਤੇ ਕੀਤਾ ਤੁਹਾਨੂੰ ਪਤਾ ਗਾ? ਇਹ ਬੱਚੋ ਕੀਤਾ ਇਹਨਾਂ ਨੇ ਪਰਚੂਨ ਦੀਆਂ ਦੁਕਾਨਾਂ ਵਾਲਿਆਂ ਵਾਸਤੇ, ਜਿਨ੍ਹਾਂ ਦੀ ਪਰਚੂਨ ਦੀ ਦੁਕਾਨ ਹੈ, ਕਰਿਆਨੇ ਦੀ ਦੁਕਾਨ ਹੈ, ਉਹਨਾਂ ਵਾਸਤੇ। ਹੁਣ ਜਿੰਨੀਆਂ ਵੀ ਦੁਕਾਨਾਂ ਹੋਣਗੀਆਂ, ਇਹ ਕਹਿੰਦੇ ਭਾਈ ਅਸੀਂ ਉਹਨਾਂ ਨੂੰ ਕੀ ਕਰਾਂਗੇ? ਔਨਲਾਈਨ ਕਰਾਂਗੇ। ਮੰਨ ਲਓ ਹੁਣ ਆਪਾਂ ਕੋਈ ਚੀਜ਼ ਲੈ ਕੇ ਆਉਣੀ ਹੈ, ਆਪਾਂ ਕਿਤੇ ਆ ਗਏ, ਕਿਸੇ ਪਿੰਡ 'ਚ ਆ ਗਏ ਮੰਨ ਲਓ ਆਪਾਂ, ਜਾਂ ਆਪਾਂ ਕਿਤੇ ਸਮਝ ਲਓ ਕਿ ਆਪਾਂ ਛੁੱਟੀਆਂ ਕੱਟਣ ਵਗ ਗਏ ਕਿਤੇ ਰਾਜਸਥਾਨ ਵਗ ਗਏ, ਉੱਥੇ ਆਪਾਂ ਨੂੰ ਪਤਾ ਨਹੀਂ ਕਿ ਕੋਲੇ ਦੁਕਾਨ ਹੈ, ਕਿਹਦੀ ਹੈਗੀ ਹੈ ਕਿਹਦੀ ਨਹੀਂ ਹੈਗੀ। ਠੀਕ ਹੈ ਜੀ। ਅਤੇ ਫਿਰ ਆਪਾਂ ਉੱਥੇ ਜੇ ਆਪਣੇ ਕੋਲੇ ਆਹ ਹੋਊਗਾ, ਠੀਕ ਹੈ ਜੀ, ਅਤੇ ਆਹ ਐਪ ਹੋਊਗੀ ਆਪਣੇ ਕੋਲ ONDC, ਠੀਕ ਹੈ ਜੀ, ਈ ਕਮਰਸ ਪਲੇਟਫਾਰਮ ਹੋਊਗਾ, ਇਹ ਤੋਂ ਆਪਾਂ ਨੂੰ ਸਾਰਾ ਕੁਛ ਪਤਾ ਲੱਗ ਜੂ ਕਿੰਨੀ ਕੁ ਨੇੜੇ ਆਪਾਂ ਤੋਂ ਕੀ ਹੈਗਾ, ਕਿੰਨੀ ਕੁ ਨੇੜੇ ਆਪਣੇ ਕੋਲੇ ਕੋਈ ਸ਼ੌਪ ਹੈਗੀ। ਠੀਕ ਹੈ ਜੀ। ਤਾਂ ਇਹ ਕਿਹਦੇ ਵਾਸਤੇ ਬੱਚੇ ਉਹ ਸ਼ੌਪ? ਇਹ ਹੈਗੀ ਲੋਕਲ ਕਰਿਆਨਾ ਸਟੋਰਸ ਵਾਸਤੇ। ਵੈਰੀ ਵੈਰੀ ਇੰਪੋਰਟੈਂਟ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬੱਚੋ ਆਪਣਾ ਆ ਗਿਆ, ਕਹਿੰਦੇ ਰੀਸੈਂਟਲੀ ਔਨ ਵਿਚ ਡੇਟ ਇੰਟਰਨੈਸ਼ਨਲ ਜੈਜ਼ ਡੇ। ਇੰਟਰਨੈਸ਼ਨਲ ਜੈਜ਼ ਡੇ ਕੀ ਹੈ ਬੱਚੋ? ਇੰਟਰਨੈਸ਼ਨਲ ਜੈਜ਼ ਡੇ, ਇੰਟਰਨੈਸ਼ਨਲ ਜੈਜ਼ ਡੇ ਕੀ ਹੈ? ਜੈਜ਼ ਕੀ ਹੈ? ਮਿਊਜ਼ਿਕ ਹੈਗਾ। ਇਹ ਜੈਜ਼ ਡੇ ਕਿਸ ਦਿਨ ਮਨਾਇਆ ਜਾਂਦਾ ਬੱਚੋ? ਦੱਸੋ ਜੀ, ਜੈਜ਼ ਡੇ ਕਿਸ ਦਿਨ ਮਨਾਇਆ ਜਾਂਦਾ ਹੈਗਾ? 4 ਆਪਸ਼ਨ ਤੁਹਾਡੇ ਸਾਹਮਣੇ ਆ, ਕੋਈ ਵੀ ਦੱਸਦਾ ਹੁੰਦਾ ਆਨਸਰ ਦਬਾ ਦਬ ਦੱਸ ਦਿਆ ਕਰੋ ਜੇ ਪਤਾ ਹੈਗਾ। ਠੀਕ ਹੈ। 30 ਅਪ੍ਰੈਲ ਨੂੰ ਇਹ ਮਨਾਇਆ ਜਾਂਦਾ। ਕੋਈ ਗੱਲ ਨਹੀਂ, ਥੋੜ੍ਹਾ ਕਰੰਟ ਅਫੇਅਰ ਟੈਸਟ ਵੀ ਲਿਆ ਕਰਾਂਗੇ। ਅਤੇ ਥੀਮ ਕੀ ਹੈ ਜੈਜ਼ ਡੇ ਦਾ? ਇਹ ਕਾਲ ਆਫ ਗਲੋਬਲ ਪੀਸ ਐਂਡ ਯੂਨਿਟੀ। ਇਹ ਤੋਂ ਬਾਅਦ ਅਗਲਾ, ਰੀਸੈਂਟਲੀ ਹੂ ਲਾਂਚਡ ਜ਼ੀਰੋ ਇਫੈਕਟ ਸਰਟੀਫਿਕੇਸ਼ਨ ਸਕੀਮ। ਇਹ ਕਹਿੰਦੇ ਜ਼ੀਰੋ ਡਿਫੈਕਟ ਅਤੇ ਜ਼ੀਰੋ ਇਫੈਕਟ ਇਹ ਸਰਟੀਫਿਕੇਸ਼ਨ ਸਕੀਮ ਲਾਂਚ ਕੀਤੀ ਹੈ। ਕਿਹਨੇ ਲਾਂਚ ਕੀਤੀ ਹੈ ਬੱਚੋ? ਇਹ ਕੀਤੀ ਆਪਣੇ ਨਾਰਾਇਣ ਰਾਣੇ ਨੇ। ਇਹ ਕੀ ਕੀਤਾ ਜਾਊਗਾ ਬੱਚੋ? ਇਹਦੇ ਵਿੱਚ ਜ਼ੀਰੋ ਇਫੈਕਟ ਅਤੇ ਜ਼ੀਰੋ ਡਿਫੈਕਟ ਅਤੇ ਜ਼ੀਰੋ ਇਫੈਕਟ ਦਾ ਮਤਲਬ ਕੀ ਹੈ? ਕਿ ਮੰਨ ਲਓ ਆਪਾਂ ਇਹੋ ਜਿਹੇ ਕੰਮ ਕਰਨੇ ਆ ਜਿਹਦੇ ਕਰਕੇ ਆਪਣੇ ਫੋਰੈਸਟ ਨੂੰ ਵੀ ਲਾਭ ਹੋਵੇ, ਆਪਣੀ ਐਨਰਜੀ ਵੀ ਬਚੇ,
ਆਪਾਂ ਇਨਵਾਇਰਮੈਂਟ ਵਾਸਤੇ ਵੀ ਕੰਮ ਕਰੀਏ, ਉਹ ਸਾਰੇ ਕੰਮਾਂ ਨੂੰ ਧਿਆਨ ਵਿੱਚ ਲਿਆਂਦਾ ਜਾਊਗਾ ਅਤੇ ਉਸ ਹਿਸਾਬ 'ਤੇ ਤੁਹਾਨੂੰ ਕੀ ਦਿੱਤੇ ਜਾਣਗੇ, ਸਰਟੀਫਿਕੇਟ ਦਿੱਤੇ ਜਾਣਗੇ। ਅਤੇ ਜੇ ਤੁਸੀਂ ਸਰਟੀਫਿਕੇਟ ਦਿੰਦੇ ਵੀ ਹੋ, ਕੱਲ੍ਹ ਨੂੰ ਤੁਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਬਸਿਡੀ ਵੀ ਦਿੱਤੀ ਜਾਊਗੀ। ਠੀਕ ਹੈ ਜੀ, ਉਹਦੇ ਵਿੱਚ ਤੁਹਾਨੂੰ ਸਬਸਿਡੀ ਵੀ ਦਿੱਤੀ ਜਾਊਗੀ। ਉਹਦੇ ਵਾਸਤੇ ਇਹ ਜ਼ੀਰੋ ਡਿਫੈਕਟ ਅਤੇ ਜ਼ੀਰੋ ਇਫੈਕਟ ਸਰਟੀਫਿਕੇਟ ਸਕੀਮ ਇਹ ਕਿਹਨੇ ਲਾਂਚ ਕੀਤੀ ਹੈ? ਇਹ ਲਾਂਚ ਕੀਤੀ ਹੈ ਨਾਰਾਇਣ ਰਾਣੇ ਦੁਆਰਾ। ਠੀਕ ਹੈ ਜੀ, ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈਗਾ। ਚਲੋ ਚੱਲਦੇ ਤੋਂ ਅਗਲੇ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਰੀਸੈਂਟਲੀ ਹੂ ਹੈਜ਼ ਲਾਂਚਡ ਨੈਸ਼ਨਲ ਬਿਹੇਵੀਅਰ ਚੇਂਜ ਕਮਿਊਨੀਕੇਸ਼ਨ ਫਰੇਮ ਨੈਟਵਰਕ ਆਫ ਗਵੇਜ ਫਰੀ ਸਿਟੀਜ਼। ਹਾਲ ਦੇ ਵਿੱਚ ਕਿਸ ਨੇ ਕਚਰਾ ਮੁਕਤ ਸ਼ਹਿਰਾਂ ਦੇ ਲਈ ਰਾਸ਼ਟਰੀ ਵਿਵਹਾਰ ਤਬਦੀਲੀ ਸੰਚਾਰ ਫਰੇਮਵਰਕ ਲਾਂਚ ਕੀਤਾ ਗਾ। ਵੈਰੀ ਵੈਰੀ ਇੰਪੋਰਟੈਂਟ, ਬਸ ਇਹੀ ਚੀਜ਼ ਯਾਦ ਕਰ ਲਿਓ। ਕਿਹਨੇ ਲਾਂਚ ਕੀਤਾ ਹੈ? ਇਹ ਲਾਂਚ ਕੀਤਾ ਆਪਣੇ ਇਹ ਲਾਂਚ ਕਿਹਨੇ ਕੀਤਾ ਹੋ ਸਕਦਾ ਹੈ? ਇਹ ਪ੍ਰਸ਼ਨ ਮੇਰੇ ਵੀ ਥੋੜ੍ਹਾ ਦਿਮਾਗ 'ਚੋਂ ਨਿਕਲ ਰਿਹਾ ਹੈਗਾ। ਹਾਂ, ਮਨੋਜ ਜੋਸ਼ੀ ਸੌਰੀ ਮਨੋਜ ਜੋਸ਼ੀ ਨੇ ਲਾਂਚ ਕੀਤਾ ਗਾ। ਦੇਖੀਏ, ਹਾਂ ਮਨੋਜ ਜੋਸ਼ੀ। ਠੀਕ ਹੈ ਜੀ, ਇਹਨਾਂ ਨੇ ਇਹ ਲਾਂਚ ਕੀਤਾ ਗਾ ਨੈਸ਼ਨਲ ਬਿਹੇਵੀਅਰ ਚੇਂਜ ਕਮਿਊਨੀਕੇਸ਼ਨ ਫਰੇਮਵਰਕ ਔਨ ਗਾਰਬੇਜ ਫਰੀ ਸਿਟੀਜ਼। ਕਚਰੇ ਤੋਂ ਮੁਕਤ ਸਿਟੀਆਂ ਕਰਾਂਗੇ ਅਸੀਂ। ਠੀਕ ਹੈ ਜੀ, ਰੀਸੈਂਟਲੀ ਵਿਚ ਸਟੇਟ ਗੌਰਮੈਂਟ ਹੈਜ਼ ਹਾਈਕਡ ਡੀਅਰਨੈਸ ਅਲਾਊਂਸ ਫॉर ਗਵਰਨਮੈਂਟ ਇੰਪਲੋਏ। ਹਾਲ ਦੇ ਵਿੱਚ ਕਿਸ ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ? ਇਹ ਮਹਿੰਗਾਈ ਭੱਤਾ, ਜਿਵੇਂ ਹੁਣ ਕੋਈ ਵੀ ਮੁਲਾਜ਼ਮ ਆ, ਤੁਸੀਂ ਕਹੋ ਸਰਕਾਰੀ ਮੁਲਾਜ਼ਮ ਲੱਗੋਗੇ, ਠੀਕ ਹੈ, ਤੁਹਾਨੂੰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੁੰਦਾ ਸਰਕਾਰ ਦੁਆਰਾ। ਠੀਕ ਹੈ ਜੀ, ਤਾਂ ਇਹ ਪਹਿਲਾਂ ਇੱਥੇ ਇਹ ਗੱਲ ਕਰ ਰਹੇ ਛੱਤੀਸਗੜ੍ਹ ਦੀ। ਛੱਤੀਸਗੜ੍ਹ ਦੇ ਵਿੱਚ ਪਹਿਲਾਂ ਮਹਿੰਗਾਈ ਭੱਤਾ 7% ਸੀ, ਉਹਨਾਂ ਨੇ 5% ਵਧਾ ਕੇ ਕਿੰਨਾ ਕਰਤਾ? ਮਹਿੰਗਾਈ ਭੱਤਾ 22% ਕਰਤਾ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ। ਕਿਦੋਂ ਤੋਂ ਕੀਤਾ? ਇਹ ਕੀਤਾ ਗਾ 1 ਮਈ ਤੋਂ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਅਗਲਾ ਵੀ। ਕਹਿੰਦੇ ਰੀਸੈਂਟਲੀ ਇਨ ਵਿਚ ਸਿਟੀ ਫਸਟ ਐਵਰ ਕੇਰਲਾ ਓਲੰਪਿਕਸ ਗੇਮ ਹੈਜ਼ ਬਿਗਨ। ਹਾਲ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਪਹਿਲੀ ਵਾਰ ਕੇਰਲਾ ਓਲੰਪਿਕ ਗੇਮਸ ਹੋਈਆਂ? ਕੇਰਲਾ ਵਾਲਿਆਂ ਨੇ ਆਪਦੀਆਂ ਚਲਾਈਆਂ ਗਈਆਂ ਲੋਕਲ ਬੇਸ 'ਤੇ। ਠੀਕ ਹੈ ਜੀ, ਅਤੇ ਕਿੱਥੇ ਹੋਣਗੀਆਂ ਇਹ? ਤਾਂ ਇਹ ਹੋਣਗੀਆਂ ਕੇਰਲਾ ਦੀ ਰਾਜਧਾਨੀ ਤਿਰਵੰਤਪੁਰਮ ਦੇ ਵਿੱਚ। ਇੱਥੇ ਹੋਣਗੀਆਂ ਇਹ ਕੇਰਲਾ ਓਲੰਪਿਕ ਗੇਮ। ਓਕੇ ਜੀ, ਇੱਕ ਦੋ ਗੱਲਾਂ ਇਹਦੇ ਯਾਦ ਕਰਿਓ। ਇੱਥੇ ਮੈਰੀ ਕੋਮ ਨੂੰ ਸਨਮਾਨਿਤ ਕੀਤਾ ਗਿਆ ਹੈਗਾ। ਠੀਕ ਹੈ ਜੀ, ਇੱਥੇ ਇੱਕ ਮਾਸਕੋਟ ਬਣਾਇਆ ਗਿਆ ਹੈਗਾ। ਮਾਸਕੋਟ ਕੀ ਹੁੰਦਾ ਗਾ? ਮਾਸਕੋਟ ਉਹ ਹੁੰਦਾ, ਇੱਥੇ ਇੱਕ ਕਾਰਟੂਨ ਜਿਹਾ ਬਣਾ ਦਿੰਦੇ ਹੁੰਦੇ ਆ, ਅਤੇ ਇਰਗੀ ਇਹਨਾਂ ਨੇ ਕਾਰਟੂਨ ਜਿਹਾ ਬਣਾਇਆ। ਉਹ ਕਾਰਟੂਨ ਜਿਹਦਾ ਨਾਂ ਕੀ ਰੱਖਿਆ ਇਹਨਾਂ ਨੇ? ਨੀਰਜ ਰੱਖਿਆ ਹੈਗਾ। ਠੀਕ ਹੈ ਜੀ, ਨੀਰਜ ਕੌਣ ਹੈ? ਨੀਰਜ ਚੋਪੜਾ ਉਹੀ ਹੈਗਾ ਜਿਹੜਾ ਉਹ ਮਾਰਦਾ ਸੀ, ਮਾਰਦੇ ਹੁੰਦੇ ਤੀਰ ਨਿਸ਼ਾਨ ਜਿਹਾ ਹੱਥ ਨਾਲ, ਉਹ ਨਾਂ ਸਕਿੱਪ ਹੋ ਗਿਆ ਮੇਰੇ ਕੋਲੋਂ, ਉਹ ਚੀਜ਼ ਸੀ। ਠੀਕ ਹੈ ਜੀ, ਤਾਂ ਇਹ ਬੱਚੋ ਆਪਣੇ 2 ਅਤੇ 3 ਮਈ ਦੇ ਜਿਹੜੇ ਆਪਣੇ ਕਰੰਟ ਅਫੇਅਰ ਹੈ ਉਹ ਕਵਰ ਹੋ ਗਏ। ਬਸ ਹੁਣ ਜਲਦੀ ਤੋਂ ਜਲਦੀ ਆ ਮਈ ਦੇ ਕਰੰਟ ਅਫੇਅਰ ਕਰਕੇ ਆਪਾਂ ਜੂਨ ਦੇ ਵਿੱਚ ਚਲੇ ਜਾਈਏ। ਠੀਕ ਹੈ ਜੀ, ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।